हाँ जी, hello students. We were reading the fifth chapter of your politics book, which is Women Change the World. This is the second part. We will continue from the schooling and the education today. So let's begin. Today both boys and girls attend school in large numbers. ਅੱਜ ਆਪਾਂ ਦੇਖਦੇ ਹਾਂ ਕੁੜੀਆਂ ਅਤੇ ਮੁੰਡੇ ਠੀਕ ਹੈ ਦੋਨੋਂ ਬਰਾਬਰ ਲਗਭਗ ਬਰਾਬਰ ਗਿਣਤੀ ਦੇ ਵਿੱਚ ਸਕੂਲ ਜਾਂਦੇ ਨੇ ਵੱਡੀ ਗਿਣਤੀ ਦੇ ਵਿੱਚ ਯੈਟ ਐਜ਼ ਵੀ ਵਿਲ ਸੀ ਦੇਅਰ ਸਟਿਲ ਰਿਮੇਨ ਡਿਫਰੈਂਸ ਬਿਟਵੀਨ ਦ ਐਜੂਕੇਸ਼ਨ ਆਫ ਬॉयज़ ਐਂਡ ਗਰਲਜ਼ ਪਰ ਅੱਜ ਵੀ ਡਿਫਰੈਂਸ ਨੇ ਠੀਕ ਹੈ ਮੁੰਡਿਆਂ ਦੀ ਪੜ੍ਹਾਈ ਅਤੇ ਕੁੜੀਆਂ ਦੀ ਪੜ੍ਹਾਈ ਦੇ ਵਿੱਚ ਇੰਡੀਆ ਹੈਜ਼ ਅ ਸੈਂਸਸ ਐਵਰੀ 10 ਈਅਰਸ ਹਰ 10 ਸਾਲ ਬਾਅਦ ਇਹਦੇ ਉੱਤੇ ਮਤਲਬ ਆਪਾਂ ਰਿਸਰਚ ਕੀਤੀ ਜਾਂਦੀ ਹੈ ਜਾਂ ਸੈਂਸਸ ਹੁੰਦਾ ਆਪਣੇ ਇੰਡੀਆ ਦੇ ਵਿੱਚ ਕਾਊਂਟਸ ਦਾ ਹੋਲ ਪੋਪੂਲੇਸ਼ਨ ਆਫ ਦਾ ਕੰਟਰੀ ਠੀਕ ਹੈ ਸੈਂਸਸ ਦੇ ਵਿੱਚ ਕੀ ਹੁੰਦਾ ਗਾ ਆਪਣੀ ਜਨਗਣਨਾ ਕੀਤੀ ਜਾਂਦੀ ਹੈ ਹਰ 10 ਸਾਲ ਬਾਅਦ ਹੁੰਦੀ ਹੈ ਠੀਕ ਹੈ ਕਿ ਕਿੰਨੇ ਕਿਸੇ ਏਰੀਏ ਦੇ ਵਿੱਚ ਮੁੰਡੇ ਨੇ ਕਿੰਨੀਆਂ ਕੁੜੀਆਂ ਨੇ ਕਿੰਨੇ ਬੱਚੇ ਨੇ ਹੈ ਨਾ ਸਾਰਾ ਕੁਛ ਇਨਕਲੂਡ ਕੀਤਾ ਜਾਂਦਾ ਉਹ ਸੈਂਸਸ ਦੇ ਵਿੱਚ ਆਪਣੀ ਜਨਗਣਨਾ ਜਦੋਂ ਕੀਤੀ ਹੈ ਪਾਪੂਲੇਸ਼ਨ ਕਾਊਂਟ ਕੀਤੀ ਜਾਂਦੀ ਹੈ ਇਟ ਆਲਸੋ ਗੈਦਰਸ ਡਿਟੇਲਡ ਇਨਫੋਰਮੇਸ਼ਨ ਅਬਾਊਟ ਦ ਪੀਪਲ ਲਿਵਿੰਗ ਇਨ ਦਾ ਇੰਡੀਆ ਉਹਦੇ ਵਿੱਚ ਸਾਰੀ ਡਿਟੇਲਡ ਇਨਫੋਰਮੇਸ਼ਨ ਹੁੰਦੀ ਹੈ ਕਿਸੇ ਦੀ ਉਮਰ ਕਿੰਨੀ ਹੈ ਠੀਕ ਹੈ ਕੋਈ ਮੁੰਡਾ ਹੈ ਜਾਂ ਕੁੜੀ ਹੈ ਉਹਦੀ ਕੀ ਸਕੂਲਿੰਗ ਹੋ ਰਹੀ ਹੈ ਠੀਕ ਹੈ ਕਿੰਨੇ ਮੁੰਡੇ ਸਕੂਲ ਜਾ ਰਹੇ ਨੇ ਕਿੰਨੀਆਂ ਕੁੜੀਆਂ ਜਾ ਰਹੀਆਂ ਨੇ ਠੀਕ ਹੈ ਅਤੇ ਉਹ ਕੀ ਕੰਮ ਕਰਦੇ ਨੇ ਅਤੇ ਬਾਕੀ ਸਾਰਾ ਕੁਛ ਜੋ ਵੀ ਹੁੰਦਾ ਹੈ ਨਾ ਇਹਦੇ ਵਿੱਚ ਇਨਕਲੂਡ ਕੀਤਾ ਜਾਂਦਾ ਗਾ ਵੀ ਯੂਜ਼ ਦਿਸ ਇਨਫੋਰਮੇਸ਼ਨ ਟੂ ਮੈਜ਼ਰ ਮੈਨੀ ਥਿੰਗਸ ਲਾਈਕ ਦ ਨੰਬਰ ਆਫ ਲਿਟਰੇਟ ਪੀਪਲ ਐਂਡ ਦਾ ਰੇਸ਼ੋ ਆਫ ਮੈਨ ਐਂਡ ਵੂਮੈਨ ਇਹਦੇ ਵਿੱਚੋਂ ਆਪਾਂ ਕੀ ਮੈਜ਼ਰ ਕਰ ਸਕਦੇ ਹਾਂ ਕੀ ਚੀਜ਼ਾਂ ਦੀ ਆਪਾਂ ਛਾਣਬੀਣ ਕਰ ਸਕਦੇ ਹਾਂ ਕਿ ਜਿਹੜਾ ਆਪਣਾ ਏਰੀਆ ਜਿਹੜਾ ਹੈ ਨਾ ਉਹਦੇ ਵਿੱਚ ਪਰ 1000 ਮਤਲਬ 1000 ਮੁੰਡੇ ਪਿੱਛੇ ਕਿੰਨੀਆਂ ਕੁੜੀਆਂ ਨੇ ਠੀਕ ਹੈ ਕਿੰਨੇ ਲੋਕ ਪੜ੍ਹੇ ਲਿਖੇ ਨੇ ਸਾਰਾ ਕੁਛ ਉਹਦੇ ਵਿੱਚ ਇਨਕਲੂਡ ਹੁੰਦਾ ਅਕੋਰਡਿੰਗ ਟੂ ਦਾ 1961 ਸੈਂਸਸ ਅਬਾਊਟ 40% ਆਫ ਆਲ ਬॉयज़ ਐਂਡ ਮੈਨ ਵਰ ਲਿਟਰੇਟ ਦੇਖੋ ਕਹਿੰਦੇ 1961 ਦੇ ਵਿੱਚ ਜਦੋਂ ਸੈਂਸਸ ਹੋਇਆ ਸੀ ਉਦੋਂ 40% ਮੁੰਡੇ ਅਤੇ ਜਿਹੜੇ ਆਦਮੀ ਸੀ ਉਹ ਪੜ੍ਹੇ ਲਿਖੇ ਸੀ ਠੀਕ ਹੈ 7 ਸਾਲ ਤੋਂ ਵੱਡੇ ਠੀਕ ਹੈ ਵਰ ਲਿਟਰੇਟ ਦੈਟ ਇਜ਼ ਦੇ ਕੁਡ ਐਟ ਲੀਸਟ ਰਾਈਟ ਦੇਅਰ ਨੇਮਸ ਇੰਨੇ ਕੁ ਪੜ੍ਹੇ ਲਿਖੇ ਸੀ ਕਿ ਆਪਣਾ ਨਾਮ ਲਿਖ ਸਕਦੇ ਸੀ ਕੰਪੇਅਰ ਟੂ ਜਸਟ 15% ਆਫ ਆਲ ਗਰਲਜ਼ ਐਂਡ ਵੂਮੈਨ ਅਤੇ ਉਹਨਾਂ ਦੇ ਮੁਕਾਬਲੇ 40% ਤਾਂ ਮਤਲਬ ਆਦਮੀ ਸੀ ਅਤੇ ਕੁੜੀਆਂ ਕਿੰਨੀਆਂ ਪੜ੍ਹੀਆਂ ਲਿਖੀਆਂ ਸਿਰਫ 15% ਇਹਨਾਂ ਦਾ ਮੋਸਟ ਰੀਸੈਂਟ ਸੈਂਸਸ ਆਫ 2011 ਲੇਟੈਸਟ ਸੈਂਸਸ ਕਦੋਂ ਹੋਇਆ ਸੀਗਾ 2011 ਦੇ ਵਿੱਚ ਹੁਣ ਹੋਣਾ ਸੀਗਾ 2021 ਦੇ ਵਿੱਚ ਬਟ ਹੁਣ ਕੀ ਆਪਣੇ ਕਰੋਨਾ ਚੱਲ ਰਿਹਾ ਠੀਕ ਹੈ ਅਤੇ ਹੌਲੀ ਹੌਲੀ ਹੋ ਤਾਂ ਰਿਹਾ ਸੈਂਸਸ ਤਾਂ ਆਪਣੇ ਹੋ ਰਿਹਾ ਬਟ ਉਹਦੀ ਥੋੜ੍ਹੀ ਜਿਹੀ ਸਪੀਡ ਹੈ ਜਿਹੜੀ ਉਹ ਸਲੋ ਹੋ ਰਹੀ ਹੈ ਠੀਕ ਹੈ ਅਤੇ 2011 ਦੇ ਸੈਂਸਸ ਅਕੋਰਡਿੰਗ ਦੀਜ਼ ਫਿਗਰਸ ਹੈਵ ਗਰੋਨ ਟੂ 82% ਫॉर ਬॉयज़ ਐਂਡ ਮੈਨ ਐਂਡ 65% ਫॉर ਗਰਲਜ਼ ਐਂਡ ਵੂਮੈਨ ਹੁਣ 2011 ਦੇ ਸੈਂਸਸ ਦੇ ਵਿੱਚ 82% ਜਿਹੜੇ ਮਤਲਬ ਆਦਮੀ ਨੇ ਜਾਂ ਬॉयज़ ਨੇ ਠੀਕ ਹੈ ਉਹ ਪੜ੍ਹੇ ਹੋਏ ਨੇ ਠੀਕ ਹੈ ਪੜ੍ਹੇ ਲਿਖੇ ਨੇ ਅਤੇ 65% ਜਿਹੜੀਆਂ ਨੇ ਕੁੜੀਆਂ ਪੜ੍ਹੀਆਂ ਲਿਖੀਆਂ ਨੇ ਠੀਕ ਹੈ ਦਿਸ ਮੀਨਸ ਦੈਟ ਦਾ ਪ੍ਰਪੋਰਸ਼ਨ ਆਫ ਦਾ ਬੋਥ ਮੈਨ ਐਂਡ ਵੂਮੈਨ ਹੂ ਆਰ ਨਾਓ ਏਬਲ ਟੂ ਰੀਡ ਐਂਡ ਹੈਵ ਐਟ ਲੀਸਟ ਸਮ ਅਮਾਊਂਟ ਆਫ ਸਕੂਲਿੰਗ ਐਜ਼ ਇਨਕਰੀਜ਼ਡ ਇਹਦਾ ਮਤਲਬ ਇਹ ਹੈ ਕਿ ਕੁਛ ਹੱਦ ਤੱਕ ਗਿਣਤੀ ਵਧੀ ਹੈ ਠੀਕ ਹੈ ਬਟ ਆਦਮੀਆਂ ਦੇ ਮੁਕਾਬਲੇ ਆਪਾਂ ਕਹਿ ਸਕਦੇ ਹਾਂ ਕਿ ਅੱਜ ਵੀ ਔਰਤਾਂ ਘੱਟ ਪੜ੍ਹੀਆਂ ਲਿਖੀਆਂ ਨੇ ਜਾਂ ਉਹਨਾਂ ਨੂੰ ਮੌਕੇ ਘੱਟ ਦਿੱਤੇ ਜਾਂਦੇ ਨੇ ਬਟ ਐਜ਼ ਯੂ ਕੈਨ ਆਲਸੋ ਸੀ ਦਾ ਪਰਸੈਂਟੇਜ ਆਫ ਦਾ ਮੇਲ ਗਰੁੱਪ ਇਜ਼ ਸਟਿਲ ਹਾਇਰ ਦੈਨ ਦਾ ਫੀਮੇਲ ਗਰੁੱਪ ਠੀਕ ਹੈ ਇਹ ਗੱਲ ਆਪਾਂ ਪੜ੍ਹੀ ਹੈ ਕਿ ਜਿਹੜੇ ਆਦਮੀ ਨੇ ਉਹ ਅੱਜ ਵੀ ਜ਼ਿਆਦਾ ਪੜ੍ਹੇ ਲਿਖੇ ਨੇ ਔਰਤਾਂ ਦੇ ਮੁਕਾਬਲੇ ਦਾ ਗੈਪ ਹੈਜ਼ ਨਾਟ ਗੋਨ ਅਵੇ ਇਹ ਜਿਹੜਾ ਗੈਪ ਸੀ ਉਦੋਂ ਸੀ 40 ਤੋਂ 15% ਦਾ ਹੁਣ ਕਿੱਥੇ ਹੈ 82 ਤੋਂ 65% ਠੀਕ ਹੈ ਇਹ ਗੈਪ ਹਲੇ ਵੀ ਘੱਟ ਹੀ ਹੈ ਉਹ ਕਦੇ ਮਤਲਬ ਬਰਾਬਰ ਨਹੀਂ ਹੋਇਆ ਹਾਲੇ ਤੱਕ here is a table that shows the percentage of girls and boys who leave schools from different social groups including scheduled caste and scheduled tribes ਦੇਖੋ ਇਹਦੇ ਵਿੱਚ ਕੀ ਹੈਗਾ ਇਹ ਟੇਬਲ ਹੈ ਇਹਦੇ ਵਿੱਚ ਦੱਸਿਆ ਹੋਇਆ ਵੀ ਕਿਹੜੀ ਕੈਟੇਗਰੀ 'ਚੋਂ ਕਿੰਨੇ ਮੁੰਡੇ ਪੜ੍ਹਦੇ ਨੇ ਕਿੰਨੀਆਂ ਕੁੜੀਆਂ ਪੜ੍ਹਦੀਆਂ ਨੇ ਠੀਕ ਹੈ ਇਹ ਉਹਨਾਂ ਦੀ ਰੇਸ਼ੋ ਹੈ ਦੱਸੀ ਹੋਈ ਠੀਕ ਹੈ ਜਾਂ ਛੋਟਾ ਜਿਹਾ ਡਾਟਾ ਹੈ ਜਿਹੜਾ ਆਪਾਂ ਕਲੈਕਟ ਕੀਤਾ ਹੈਗਾ ਇਹਨੂੰ ਆਪਾਂ ਸਟੱਡੀ ਕਰਾਂਗੇ ਕਲਾਸ ਦੇ ਵਿੱਚ You have probably noticed in the above table that SC and ST girls leave school at a rate that is higher than category all girls ਇਹਦੇ ਵਿੱਚ ਕੀ ਹੈ ਆਪਾਂ ਦੇਖਦੇ ਹਾਂ SC ST ਦੀਆਂ ਜਿਹੜੀਆਂ ਗਰਲਸ ਨੇ ਉਹ ਸਕੂਲ ਨੂੰ ਜ਼ਿਆਦਾ ਜਲਦੀ ਛੱਡਦੀਆਂ ਨੇ ਕਿੰਨਾਂ ਦੇ ਮੁਕਾਬਲੇ ਬਾਕੀ ਹੋਰ ਕੈਟੇਗਰੀ ਦੀਆਂ ਗਰਲਸ ਨੂੰ ਨਾਲੋਂ ਠੀਕ ਹੈ ਦਿਸ ਮੀਨਸ ਦੈਟ ਗਰਲਸ ਹੂ ਆਰ ਫਰੋਮ ਦਲਿਤ ਐਂਡ ਆਦੀਵਾਸੀ ਬੈਕਗਰਾਊਂਡਸ ਆਰ ਲੈਸ ਲਾਈਕਲੀ ਟੂ ਰਿਮੇਨ ਇਨ ਸਕੂਲ ਇਹਦਾ ਮਤਲਬ ਜਿਹੜੀਆਂ SC ST ਦੀਆਂ ਗਰਲਸ ਨੇ ਠੀਕ ਹੈ ਉਹਨਾਂ ਨੂੰ ਘੱਟ ਹੀ ਸਕੂਲ ਭੇਜਿਆ ਜਾਂਦਾ ਜਾਂ ਉਹਨਾਂ ਨੂੰ ਭੇਜਿਆ ਜਾਂਦਾ ਤਾਂ ਜਲਦੀ ਹਟਾ ਲਿਆ ਜਾਂਦਾ In 2011 census also found that Muslim girls are less likely than SC and ST girls ਇੱਕ ਜਿਹੜਾ ਆਪਣਾ 2011 ਦਾ ਸੈਂਸਸ ਸੀ ਉਹਦੇ ਵਿੱਚੋਂ ਆਪਾਂ ਨੂੰ ਇਹ ਵੀ ਪਤਾ ਲੱਗਦਾ ਕਿ SC ST ਗਰਲਸ ਦੇ ਨਾਲੋਂ ਮਤਲਬ ਮੁਸਲਿਮ ਗਰਲਸ ਜਿਹੜੀਆਂ ਮੁਸਲਿਮ ਕਮਿਊਨਿਟੀ ਨੂੰ ਬਿਲੋਂਗ ਕਰ ਰਹੇ ਸੀ ਉਹ ਹੋਰ ਵੀ ਜ਼ਿਆਦਾ ਘੱਟ ਸੀਗੀਆਂ ਠੀਕ ਹੈ
While a Muslim girl is likely to stay in school for around 3 years, the girls from the other community spend around 4 years in the school. ਜੇਕਰ ਕਿਸੇ ਹੋਰ ਕਮਿਊਨਿਟੀ ਦੀ ਗਰਲ ਹੈ ਜਿਹੜੀ ਹੈ ਨਾ ਉਹ 4 ਈਅਰ ਸਪੈਂਡ ਕਰਦੀ ਹੈ ਕਿਸੇ ਸਕੂਲ ਦੇ ਵਿੱਚ, ਤਾਂ ਮੁਸਲਿਮ ਕਮਿਊਨਿਟੀ ਦੀ ਗਰਲ ਹੈ ਜਿਹੜੀ ਉਹਨੂੰ ਸਿਰਫ 3 ਈਅਰ ਹੀ ਸਕੂਲ ਭੇਜਿਆ ਜਾਂਦਾ ਗਾ। There are several reasons why children from Dalit, Adivasi and Muslim communities leave school। ਕਾफ़ੀ ਰੀਜ਼ਨਸ ਨੇ ਇਹਦੇ ਪਿੱਛੇ ਕਿ ਉਹ ਸਕੂਲ ਕਿਉਂ ਘੱਟ ਭੇਜੇ ਜਾਂਦੇ ਨੇ ਬੱਚੇ ਜਾਂ ਉਹਨਾਂ ਨੂੰ ਕਿਉਂ ਹਟਾ ਲਿਆ ਜਾਂਦਾ ਹੈ। ਇਨ ਮੈਨੀ ਪਾਰਟਸ ਆਫ ਦਾ ਕੰਟਰੀ ਸਪੈਸ਼ਲੀ ਇਨ ਰੂਰਲ ਐਂਡ ਪੂਅਰ ਏਰੀਆਜ਼ ਦੇਅਰ may not even be proper schools nor teachers who teach on regular basis। ਕੁਛ ਤਾਂ ਏਰੀਆ ਹੀ ਇੱਦਾਂ ਦੇ ਸੀਗੇ ਜਿਹੜੇ ਹੈ ਨਾ ਪੇਂਡੂ ਜਾਂ ਪਿਛੜੇ ਬੈਕਵਰਡ ਏਰੀਆਸ ਆਪਣੇ ਕਹਿ ਸਕਦੇ ਹਾਂ, ਪੂਅਰ ਏਰੀਆਸ, ਜਿੱਥੇ ਪ੍ਰੋਪਰ ਸਕੂਲ ਨਹੀਂ ਬਣੇ ਹੋਏ ਅਤੇ ਉੱਥੇ ਟੀਚਰ ਰੈਗੂਲਰ ਬੇਸਿਸ 'ਤੇ ਨਹੀਂ ਟੀਚ ਕਰਦੇ। ਠੀਕ ਹੈ। ਇਫ ਅ ਸਕੂਲ ਇਜ਼ ਨੋਟ ਟੂ ਪੀਪਲਜ਼ ਹੋਮਸ ਐਂਡ ਦੇयर ਇਜ਼ ਨੋ ਟਰਾਂਸਪੋਰਟ ਲਾਈਕ ਬੱਸਿਸ ਔਰ ਵੈਨਸ, ਪੇਰੈਂਟਸ ਮੇ ਨੋਟ ਬੀ ਵਿਲਿੰਗ ਟੂ ਸੈਂਡ ਦੇਅਰ ਗਰਲਸ ਟੂ ਸਕੂਲ। ਜੇਕਰ ਕਿਸੇ ਸਕੂਲ ਦੇ ਮਤਲਬ ਕਿਸੇ ਘਰ ਦੇ ਨੇੜੇ ਕੋਈ ਸਕੂਲ ਨਹੀਂ ਹੈਗਾ ਅਤੇ ਉੱਥੋਂ ਮਤਲਬ ਪ੍ਰੋਪਰ ਟਰਾਂਸਪੋਰਟ ਜਿਹੜੀ ਫੈਸਿਲਿਟੀ ਹੈ ਉਹ ਵੀ ਨਹੀਂ ਮਿਲ ਰਹੀ, ਤਾਂ ਪੇਰੈਂਟਸ ਨਹੀਂ ਚਾਹੁੰਗੇ ਕਿ ਉਹਨਾਂ ਦੀ ਜਿਹੜੀ ਬੇਟੀ ਹੈ ਉਹ ਸਕੂਲ ਜਾਵੇ। ਠੀਕ ਹੈ। ਮੈਨੀ ਫੈਮਲੀਜ਼ ਆਰ ਟੂ ਪੂਅਰ ਐਂਡ ਅਨਏਬਲ ਟੂ ਬੀਅਰ ਦਾ ਕੋਸਟ ਆਫ ਐਜੂਕੇਟਿੰਗ ਆਲ ਦੇਅਰ ਚਿਲਡਰਨ। ਕੁਛ ਪਰਿਵਾਰ ਇੱਦਾਂ ਦੇ ਹੁੰਦੇ ਨੇ ਹੈ ਨਾ, ਇੰਨੇ ਜ਼ਿਆਦਾ ਪੂਅਰ ਹੁੰਦੇ ਨੇ ਕਿ ਉਹ ਆਪਣਾ ਜਿਹੜਾ ਬੱਚਿਆਂ ਦੀ ਪੜ੍ਹਾਈ ਦਾ ਖਰਚਾ, ਸਾਰੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਨਹੀਂ ਚੱਕ ਸਕਦੇ। ਬੋਇਜ਼ ਮੇ ਗੈਟ ਪ੍ਰੈਫਰੈਂਸ ਇਨ ਦਿਸ ਸਿਚੁਏਸ਼ਨ। ਹੁਣ ਜੇਕਰ ਉਹਨਾਂ ਦੇ ਘਰ ਦੇ ਵਿੱਚ ਇੱਕ ਲੜਕਾ ਇੱਕ ਲੜਕੀ ਹੈ ਤਾਂ ਉਹ ਜ਼ਿਆਦਾ ਪ੍ਰੈਫਰੈਂਸ ਕਿਹਨੂੰ ਦੇਣਗੇ? ਬੇਟੇ ਨੂੰ ਪੜ੍ਹਾਉਣ ਦੀ ਦੇਣਗੇ। ਠੀਕ ਹੈ। ਮੈਨੀ ਚਿਲਡਰਨ ਹੈ ਆਲਸੋ ਲੀਵ ਸਕੂਲ ਬਿਕੋਜ਼ ਦੇ ਆਰ ਡਿਸਕ੍ਰਿਮੀਨੇਟਡ ਅਗੇਂਸਟ ਬਾਏ ਦੇਅਰ ਟੀਚਰ ਐਂਡ ਕਲਾਸਮੇਟਸ ਜਸਟ ਲਾਈਕ ਓਮ ਪ੍ਰਕਾਸ਼ ਵਾਲਮੀਕ ਵਾਜ਼। ਕੁਛ ਬੱਚੇ ਕਹਿੰਦੇ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਨਾਲ ਡਿਸਕ੍ਰੀਮੀਨੇਸ਼ਨ ਕੀਤਾ ਜਾਂਦਾ ਹੈਗਾ ਟੀਚਰ ਦੁਆਰਾ ਜਾਂ ਉਸ ਦੀ ਕਲਾਸਮੇਟਸ ਦੁਆਰਾ, ਕਿਹਦੇ ਬੇਸਿਸ 'ਤੇ? ਉਹਨਾਂ ਦੀਆਂ ਕਾਸਟ ਬੇਸਿਸ 'ਤੇ ਕਹਿ ਲਓ ਜਾਂ ਉਹਨਾਂ ਦੀ ਕੈਟੇਗਰੀ ਵਾਈਜ਼। ਠੀਕ ਹੈ। ਉਹਨਾਂ ਨਾਲ ਡਿਸਕ੍ਰੀਮੀਨੇਸ਼ਨ ਹੁੰਦੀ ਹੈ, ਤਾਂ ਕਰਕੇ ਬੱਚੇ ਫਿਰ ਸਕੂਲ ਜਾਣਾ ਪਸੰਦ ਨਹੀਂ ਕਰਦੇ, ਹਟ ਜਾਂਦੇ ਨੇ। ਠੀਕ ਹੈ। ਸਕੂਲ ਛੱਡ ਦਿੰਦੇ ਨੇ। ਵੂਮੈਨਸ ਮੂਵਮੈਂਟ। ਵੂਮੈਨ ਐਂਡ ਗਰਲਜ਼ ਨਾਓ ਹੈਵ ਦਾ ਰਾਈਟ ਟੂ ਸਟੱਡੀ ਐਂਡ ਗੋ ਟੂ ਸਕੂਲ। ਔਰਤਾਂ ਕੋਲੇ ਅੱਜ ਪੂਰਾ ਹੱਕ ਹੈ। ਠੀਕ ਹੈ। ਕੁੜੀਆਂ ਕੋਲੇ ਪੂਰਾ ਹੱਕ ਹੈ ਆਪਣਾ ਸਟੱਡੀ ਦਾ, ਪੜ੍ਹਨ ਦਾ। ਠੀਕ ਹੈ। ਅਤੇ ਸਕੂਲ ਜਾਣ ਦਾ। ਦੇਅਰ ਆਰ ਅਦਰ ਸਪੀਅਰਸ ਲਾਈਕ ਲੀਗਲ ਰਿਫੋਰਮ, ਵਾਇਲੈਂਸ ਐਂਡ ਹੈਲਥ ਵੇਅਰ ਦਾ ਸਿਚੁਏਸ਼ਨ ਆਫ ਵੂਮੈਨ ਐਂਡ ਗਰਲਜ਼ ਹੈਵ ਇੰਪਰੂਵਡ। ਬਾਕੀ ਸਾਰੇ ਖੇਤਰਾਂ ਦੇ ਵਿੱਚ ਜਿੱਦਾਂ ਹੈ ਨਾ ਪਹਿਲਾਂ ਧੱਕੇ ਹੁੰਦੇ ਸੀ ਔਰਤਾਂ ਦੇ ਨਾਲ, ਠੀਕ ਹੈ, ਉਹਨਾਂ ਦੀ ਆਵਾਜ਼ ਨੂੰ ਦਬਾ ਲਿਆ ਜਾਂਦਾ ਸੀ, ਉਹਨੂੰ ਬਰਾਬਰ ਨਹੀਂ ਸਮਝਿਆ ਜਾਂਦਾ ਸੀ, ਹੈਲਥ ਫੈਸਿਲਿਟੀਜ਼ ਨਹੀਂ ਪ੍ਰੋਵਾਈਡ ਹੁੰਦੀਆਂ ਸੀ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਜਾ ਕੇ ਅੱਜ ਸਿਚੁਏਸ਼ਨ ਹੈ ਜਿਹੜੀ ਉਹ ਇੰਪਰੂਵ ਹੋ ਚੁੱਕੀ ਹੈ, ਵਧੀਆ ਹੋ ਚੁੱਕੀ ਹੈ ਔਰਤਾਂ ਦੇ ਲਈ। ਦੀਜ਼ ਚੇਂਜਿਸ ਹੈਵ ਨਾਟ ਹੈਪਨਡ ਆਟੋਮੈਟਿਕਲੀ। ਇਹ ਇੱਕਦਮ ਨਹੀਂ ਹੋਇਆ। ਇਹ ਸਾਰਾ ਕੁਛ ਜਿਹੜਾ ਚੇਂਜ ਹੋਇਆ ਵਧੀਆ ਹੋਇਆ ਔਰਤਾਂ ਦੇ ਲਈ, ਇਹ ਇੱਕਦਮ ਨਹੀਂ ਹੋਇਆ। ਵੂਮੈਨ ਇੰਡੀਵਿਜੂਅਲੀ ਐਂਡ ਕਲੈਕਟਿਵਲੀ ਹੈਵ ਸਟਰਗਲਡ ਟੂ ਬਰਿੰਗ ਆਊਟ ਅਬਾਊਟ ਦੀਜ਼ ਚੇਂਜਿਸ। ਔਰਤਾਂ ਨੇ ਇਕੱਲੇ ਹੋ ਕੇ ਹੈ ਨਾ, ਅਤੇ ਉਸ ਤੋਂ ਬਾਅਦ ਇਕੱਠੇ ਹੋ ਕੇ ਇੱਕ ਜੰਗ ਲੜੀ ਹੈ, ਸਟਰਗਲ ਕੀਤੀ ਹੈ। ਠੀਕ ਹੈ। ਇਹਨਾਂ ਚੇਂਜਿਸ ਨੂੰ ਲੈ ਕੇ ਆਉਣ ਦੇ ਲਈ। ਦਿਸ ਸਟਰਗਲ ਇਜ਼ ਨੋਨ ਐਜ਼ ਵੂਮੈਨਸ ਮੂਵਮੈਂਟ। ਇਸ ਸਟਰਗਲ ਨੂੰ ਕੀ ਨਾਮ ਦਿੱਤਾ ਗਿਆ? ਵੂਮੈਨਸ ਮੂਵਮੈਂਟ, ਔਰਤਾਂ ਦੀ ਲੜਾਈ ਜਾਂ ਮੂਵਮੈਂਟ ਆਪਾਂ ਕਹਿ ਸਕਦੇ ਹਾਂ। ਠੀਕ ਹੈ। ਇੰਡੀਵਿਜੂਅਲ ਵੂਮੈਨ ਐਂਡ ਵੂਮੈਨਸ ਔਰਗਨਾਈਜੇਸ਼ਨਸ ਫਰੋਮ ਡਿਫਰੈਂਟ ਪਾਰਟਸ ਆਫ ਦਾ ਕੰਟਰੀ ਆਰ ਪਾਰਟ ਆਫ ਦਾ ਮੂਵਮੈਂਟ। ਇੱਕ ਔਰਤ ਜੋ ਵੀ ਇਹਦੇ ਲਈ ਲੜੀ ਹੈ, ਜਾਂ ਔਰਤਾਂ ਦਾ ਔਰਗਨਾਈਜੇਸ਼ਨਸ ਜੋ ਵੀ ਔਰਤਾਂ ਇਕੱਠੀਆਂ ਹੋ ਕੇ ਇਸ ਚੀਜ਼ ਦੇ ਲਈ ਲੜੀਆਂ ਨੇ, ਉਹ ਸਾਰੀਆਂ ਇਸ ਮੂਵਮੈਂਟ ਦਾ ਹਿੱਸਾ ਨੇ। ਮੈਨੀ ਮੈਨ ਸਪੋਰਟ ਦਾ ਵੂਮੈਨਸ ਮੂਵਮੈਂਟ ਐਜ਼ ਵੈਲ। ਕਈ ਆਦਮੀ ਵੀ ਇਸ ਮੂਵਮੈਂਟ ਨੂੰ ਸਪੋਰਟ ਕਰਦੇ ਨੇ। ਦਾ ਡਾਈਵਰਸਿਟੀ, ਪੈਸ਼ਨ ਐਂਡ ਐਫਰਟਸ ਆਫ ਦੋਜ਼ ਇਨਵੋਲਵਡ ਮੇਕਸ ਇਟ ਅ ਵੈਰੀ ਵਾਈਬਰੈਂਟ ਮੂਵਮੈਂਟ। Different strategies have been used to spread awareness, fight discrimination and seek justice. Here are some glimpses of this struggle। ਮਤਲਬ ਕਿ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਉਤਸ਼ਾਹ ਸੀਗਾ, ਲੋਕਾਂ ਦੇ ਐਫਰਟ ਸੀਗੇ। ਠੀਕ ਹੈ। ਵੱਖ-ਵੱਖ ਤਰ੍ਹਾਂ ਦੇ, ਵੱਖ-ਵੱਖ ਧਰਮਾਂ ਦੇ ਲੋਕ, ਵੱਖ-ਵੱਖ ਰੇਸਿਸ ਦੇ ਲੋਕ ਆਏ ਜਿਨ੍ਹਾਂ ਨੇ ਇਸ ਮੂਵਮੈਂਟ ਦੇ ਵਿੱਚ ਆਪਣਾ ਪਾਰਟੀਸਪੇਸ਼ਨ ਦਿੱਤੀ। ਠੀਕ ਹੈ। ਅਤੇ ਫਿਰ ਉਸ ਤੋਂ ਬਾਅਦ ਵੱਖ-ਵੱਖ ਸਟਰੈਟਜੀਸ ਬਣੀਆਂ। ਠੀਕ ਹੈ। ਜਿਸ ਨੂੰ ਲੋਕਾਂ ਤੱਕ ਪਹੁੰਚਾਇਆ ਗਿਆ। ਡਿਸਕ੍ਰਿਮੀਨੇਸ਼ਨਸ ਦੇ ਅਗੇਂਸਟ ਲੋਕ ਇਕੱਠੇ ਹੋਏ, ਲੜੇ। ਠੀਕ ਹੈ। ਅਤੇ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ। ਫਿਰ ਜਾ ਕੇ ਕਿਤੇ ਇਹ ਮੂਵਮੈਂਟ ਹੈ ਜਿਹੜੀ ਉਹ ਸਕਸੈਸਫੁਲ ਹੋਈ ਹੈ, ਕਿਤੇ ਨਾ ਕਿਤੇ ਉਸ ਨੂੰ ਸਕਸੈਸ ਮਿਲੀ ਹੈ। ਠੀਕ ਹੈ। ਆਪਾਂ ਕੁਛ ਜਿਹੜੀਆਂ ਚੀਜ਼ਾਂ ਨੇ ਉਹਦੇ ਬਾਰੇ ਆਪਾਂ ਸਟੱਡੀ ਕਰਦੇ ਹਾਂ। ਕੈਂਪੇਨਿੰਗ। Campaigns to fight discrimination and violence against women are an important part of the women's movement. Campaigns have also led to new laws being passed. A law was made in 2006 to give women who face physical and mental violence within their homes, also called domestic violence, some legal protection. ਦੇਖੋ ਕੈਂਪੇਨਿੰਗ ਕੀ ਹੁੰਦਾ ਹੈਗਾ। ਠੀਕ ਹੈ। ਜਿਵੇਂ ਆਪਣੇ ਮਾਰਚ ਪਾਸਟ ਹੁੰਦੇ ਨੇ। ਠੀਕ ਹੈ। ਇੱਦਾਂ ਔਰਤਾਂ ਨੇ ਮਤਲਬ ਕਿ ਇਕੱਠੇ ਹੋ ਕੇ ਇੱਕ
ਵੋਕ ਕੱਢਣੀ ਹੈ ਨਾ, ਆਪਾਂ ਕਹਿ ਸਕਦੇ ਹਾਂ ਰੈਲੀ ਟਾਈਪ। ਉਹਦੇ ਵਿੱਚ ਉਹਨਾਂ ਨੇ ਮਤਲਬ ਧਰਨਾ ਦੇਣਾ, ਆਪਣਾ ਜਿਹੜਾ ਏਜੰਡਾ ਉਹਨੂੰ ਸਾਹਮਣੇ ਰੱਖਣਾ ਲੋਕਾਂ ਦੇ। ਉਹਨਾਂ ਨੇ ਕੈਂਪੇਨਿੰਗ ਕੀਤੀ ਡਿਸਕ੍ਰਿਮੀਨੇਸ਼ਨ ਨਾਲ ਲੜਨ ਲਈ, ਅਤੇ ਜਿਹੜਾ ਉਹਨਾਂ 'ਤੇ ਅਤਿਆਚਾਰ ਹੁੰਦਾ ਸੀ, ਬੇਸ਼ੱਕ ਕੁੱਟਣ ਮਾਰਨ ਦੇ ਵਿੱਚ ਹੁੰਦਾ ਸੀ, ਜਾਂ ਉਹਨਾਂ ਨੂੰ ਮਤਲਬ ਕਿ ਆਪਣੇ ਹੱਕ ਨਹੀਂ ਮਿਲ ਰਹੇ ਸੀ, ਉਹ ਸਾਰੇ ਚੀਜ਼ਾਂ ਦੇ ਖਿਲਾਫ ਉਹਨਾਂ ਨੇ ਕੈਂਪੇਨਿੰਗ ਕੀਤੀ। ਅਤੇ ਕੈਂਪੇਨਿੰਗ ਉਹਨਾਂ ਨੇ ਮਤਲਬ ਜੋ ਵੀ ਨਵੇਂ ਲਾਅ ਪਾਸ ਹੁੰਦੇ ਸੀ, ਠੀਕ ਹੈ, ਉਹਨਾਂ ਨੂੰ ਮਤਲਬ ਔਰਤਾਂ ਲਈ ਵੀ ਮੁੱਖ ਰੱਖ ਕੇ ਹੈ ਨਾ ਕੋਈ ਚੀਜ਼ ਬਣਾਈ ਜਾਵੇ, ਤਾਂ ਉਹਨਾਂ ਲਈ ਵੀ ਕੀਤਾ ਗਿਆ ਸੀਗਾ। ਇੱਕ ਲਾਅ ਪਾਸ ਹੋਇਆ ਸੀ 2006 ਦੇ ਵਿੱਚ ਕਿ ਜਿਹੜੀਆਂ ਔਰਤਾਂ ਨੂੰ ਫਿਜ਼ੀਕਲ ਜਾਂ ਮੈਂਟਲੀ ਮਤਲਬ ਹਰਾਸ ਕੀਤਾ ਜਾਂਦਾ ਹੈ, ਪਰਿਵਾਰਾਂ ਦੇ ਵਿੱਚ ਅਤਿਆਚਾਰ ਕੀਤਾ ਜਾਂਦਾ ਗਾ, ਉਹਦੇ ਖਿਲਾਫ ਔਰਤਾਂ ਨੂੰ ਮਤਲਬ ਕਿ ਲੀਗਲ ਪ੍ਰੋਟੈਕਸ਼ਨ ਮਿਲੀ ਸੀ ਉਹ 2006 ਦੇ ਵਿੱਚ। Similarly, efforts made by the women's movement led the Supreme Court to formulate guidelines in 1997 to protect women against sexual harassment at the workplace and within the educational institution। ਦੇਖੋ ਜੋ ਵੀ ਸੈਕਸ਼ੂਅਲ ਹਰਾਸਮੈਂਟ ਔਰਤਾਂ ਦੇ ਨਾਲ ਹੁੰਦੀ ਰਹੀ ਸੀ, ਠੀਕ ਹੈ, ਉਹਦੇ ਖਿਲਾਫ ਔਰ ਮਤਲਬ ਕਿ ਜਿਹੜਾ ਆਪਣਾ ਸੁਪਰੀਮ ਕੋਰਟ ਹੈ ਉਹਨੇ ਜਿਹੜੀ ਆਪਣੀ ਸਰਕਾਰ ਹੈ ਉਹ ਗਾਈਡਲਾਈਨਸ ਲੈ ਕੇ ਆਈ ਸੀ, ਠੀਕ ਹੈ, ਔਰਤਾਂ ਦੀ ਪ੍ਰੋਟੈਕਸ਼ਨ ਦੇ ਲਈ, ਠੀਕ ਹੈ। ਕਿਤੇ ਵੀ ਹੁੰਦਾ ਸੀ ਉਹਨਾਂ ਨਾਲ ਵਰਕ ਪਲੇਸ 'ਤੇ ਜਾਂ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਵਿੱਚ, ਜਿੱਥੇ ਵੀ ਉਹਨਾਂ ਨਾਲ ਸੈਕਸ਼ੂਅਲ ਹਰਾਸਮੈਂਟ ਹੁੰਦੀ ਸੀ, ਠੀਕ ਹੈ, ਉਸ ਨੂੰ ਲੈ ਕੇ ਗਵਰਨਮੈਂਟ ਨੇ ਇੱਕ 1997 ਦੇ ਵਿੱਚ ਇੱਕ ਜਿਹੜਾ ਗਾਈਡਲਾਈਨਸ ਜਿਹੜੀਆਂ ਉਹ ਰੈਗੂਲੇਟ ਕੀਤੀਆਂ ਬਣਾਈਆਂ ਗਈਆਂ ਸੀ, ਠੀਕ ਹੈ। ਇਨ ਦਾ 1980s ਫੋਰ ਐਗਜ਼ਾਮਪਲ ਵੂਮੈਨਸ ਗਰੁੱਪਸ ਅਕਰੋਸ ਦਾ ਕੰਟਰੀ ਸਪੋਕ ਆਊਟ ਅਗੇਂਸਟ ਡੋਰੀ ਡੈਥਸ, cases of young brides being murdered by their in-laws or husbands greedy for more dowry। 1980 ਦੇ ਨੇੜੇ ਤੇੜੇ ਜਿਹੜੇ ਈਅਰ ਸੀ, ਠੀਕ ਹੈ, ਉੱਥੇ ਔਰਤਾਂ ਲਈ ਜ਼ਿਆਦਾਤਰ ਕੇਸ ਕਿਹੜੇ ਸਾਹਮਣੇ ਆ ਰਹੇ ਸੀ, ਦਾਜ ਨੂੰ ਲੈ ਕੇ, ਠੀਕ ਹੈ, ਦਾਜ ਦਹੇਜ ਨੂੰ ਲੈ ਕੇ ਔਰਤਾਂ ਦੀਆਂ ਮੌਤਾਂ ਹੋ ਰਹੀਆਂ ਸੀ। ਅਤੇ ਜਿਹਦੇ ਵਿੱਚ ਮਤਲਬ ਜਿਹੜੇ ਲੜਕੀ ਦੇ ਜਿਹੜੇ ਇਨ-ਲॉ ਸੀਗੇ, ਸਹੁਰਾ ਪਰਿਵਾਰ, ਠੀਕ ਹੈ, ਉਹ ਕੁੜੀਆਂ ਨੂੰ ਮਾਰ ਦਿੰਦਾ ਸੀ। ਕਿਹਦੀ ਡਿਮਾਂਡ ਦੇ ਵਿੱਚ ਕਿ ਸਾਨੂੰ ਹੋਰ ਦਾਜ ਦਾ ਦਹੇਜ ਚਾਹੀਦਾ, ਠੀਕ ਹੈ। ਵੂਮੈਨਸ ਗਰੁੱਪਸ ਸਪੋਕ ਆਊਟ ਅਗੇਂਸਟ ਦਾ ਫੇਲੀਅਰ ਟੂ ਬ੍ਰਿੰਗ ਦੀਜ਼ ਕੇਸਿਸ ਟੂ ਜਸਟਿਸ। ਔਰਤਾਂ ਇਕੱਠੀਆਂ ਹੋਈਆਂ, ਉਹਨਾਂ ਨੇ ਇਹਦੇ ਖਿਲਾਫ ਇੱਕ ਜੰਗ ਲੜੀ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ, ਜਿਹੜਾ ਕਿ ਇਹਨਾਂ ਕੇਸਿਸ ਦੇ ਨਾਲ ਇਨਸਾਫ ਨਹੀਂ ਹੁੰਦਾ, ਉਹਨਾਂ ਪ੍ਰਤੀ ਸਾਨੂੰ ਇਨਸਾਫ ਮਿਲਣਾ ਚਾਹੀਦਾ। ਦੇ ਡਿਡ ਸੋ ਬਾਈ ਕਮਿੰਗ ਔਨ ਟੂ ਸਟਰੀਟਸ ਅਪਰੋਚਿੰਗ ਦਾ ਕੋਰਟਸ ਐਂਡ ਬਾਈ ਸ਼ੇਅਰਿੰਗ ਇਨਫੋਰਮੇਸ਼ਨ। ਉਹਨਾਂ ਨੇ ਕਿੱਦਾਂ ਕੀਤਾ, ਸੜਕਾਂ 'ਤੇ ਆਏ ਇਕੱਠੇ ਹੋ ਕੇ, ਹੈ ਨਾ, ਕੋਰਟਸ ਤੱਕ ਆਪਣੀ ਜਿਹੜਾ ਆਪਾਂ ਕਹਿ ਸਕਦੇ ਹਾਂ ਆਪਣੀ ਅਰਜ਼ੀ ਉਹਨਾਂ ਨੇ ਕੋਰਟ ਦੇ ਵਿੱਚ ਰੱਖੀ, ਅਤੇ ਇੱਕ ਦੂਜੇ ਨਾਲ ਇਨਫੋਰਮੇਸ਼ਨ ਸਾਂਝੀ ਕੀਤੀ, ਲੋਕਾਂ ਤੱਕ ਇਨਫੋਰਮੇਸ਼ਨ ਪਹੁੰਚਾਈ, ਠੀਕ ਹੈ। ਇਹ ਸਭ ਉਹਨਾਂ ਨੇ ਆਪਣਾ ਇਨਸਾਫ ਪ੍ਰਾਪਤ ਕਰਨ ਲਈ ਕੀਤਾ। ਇਵੈਂਚੁਅਲੀ ਦਿਸ ਬਿਕੇਮ ਅ ਪਬਲਿਕ ਇਸ਼ੂ ਇਨ ਦਾ ਨਿਊਜ਼ਪੇਪਰਸ ਐਂਡ ਸੋਸਾਇਟੀ ਐਂਡ ਦਾ ਡੋਰੀ ਲਾਜ਼ ਵਰ ਚੇਂਜਡ ਟੂ ਪੁਨਿਸ਼ ਫੈਮਿਲੀਜ਼ ਹੂ ਸੀਕ ਦਾ ਡੋਰੀ। ਇਹਦੇ ਨਾਲ ਮਤਲਬ ਕੀ ਚੇਂਜਸ ਆਏ, ਨਿਊਜ਼ਪੇਪਰ ਦੇ ਵਿੱਚ ਪਬਲਿਕ ਇਸ਼ੂ ਹੋਏ, ਠੀਕ ਹੈ, ਜਿਹੜੇ ਮਤਲਬ ਕਿ ਲੋਕਾਂ ਨੂੰ ਜਾਣੂ ਕਰਵਾਇਆ ਗਿਆ ਕਿ ਜਿਹੜੇ ਵੀ ਡੋਰੀ ਦੀ ਮੰਗ ਕਰਨਗੇ, ਠੀਕ ਹੈ, ਜਾਂ ਦਾਜ ਦਹੇਜ ਨੂੰ ਲੈ ਕੇ ਕੁੜੀਆਂ ਨੂੰ ਤੰਗ ਕਰਨਗੇ, ਠੀਕ ਹੈ, ਜਾਂ ਉਹਨਾਂ ਦੇ ਫੈਮਿਲੀਜ਼ ਨੂੰ, ਉਹਨਾਂ ਨੂੰ ਪੁਨਿਸ਼ਮੈਂਟ ਜ਼ਰੂਰ ਮਿਲੂਗੀ, ਠੀਕ ਹੈ। ਸ਼ੋਇੰਗ ਸੋਲੀਡੈਰਿਟੀ, ਦ ਵੂਮੈਨਸ ਮੂਵਮੈਂਟ ਇਜ਼ ਆਲਸੋ ਅਬਾਊਟ ਸ਼ੋਇੰਗ ਸੋਲੀਡੈਰਿਟੀ ਵਿਦ ਅਦਰ ਵੂਮੈਨ ਐਂਡ ਕੋਸਚਿਸ। ਆਪਣੇ ਆਪ ਨੂੰ ਸਟਰੋਂਗ ਸ਼ੋਅ ਕਰਨਾ, ਠੀਕ ਹੈ, ਔਰਤਾਂ ਦੁਆਰਾ, ਅਤੇ ਮਤਲਬ ਕਿ ਇਕੱਠੇ ਹੋਣਾ ਔਰਤਾਂ ਦਾ, ਇੱਕ ਸੋਲਜਰ ਵਾਂਗੂ ਲੜਨਾ, ਠੀਕ ਹੈ, ਅਤੇ ਆਪਣੇ ਆਪ ਨੂੰ ਮਜ਼ਬੂਤ ਪੇਸ਼ ਕਰਨਾ, ਹੈ ਨਾ। ਇਹ ਵੀ ਇੱਕ ਬਹੁਤ ਵੱਡੀ ਗੱਲ ਸੀ ਕਿ ਔਰਤਾਂ ਨੇ ਆਪਣੀ ਮੂਵਮੈਂਟ ਦੇ ਵਿੱਚ ਸ਼ੋਅ ਕੀਤਾ ਆਪਣੇ ਆਪ ਨੂੰ। ਬਿਲੋ ਔਨ 8 ਮਾਰਚ ਇੰਟਰਨੈਸ਼ਨਲ ਵੂਮੈਨਸ ਡੇ, ਵੂਮੈਨ ਆਲ ਓਵਰ ਦਾ ਵਰਲਡ ਕੇਮ ਟੂਗੈਦਰ ਟੂ ਸੈਲੀਬ੍ਰੇਟ ਐਂਡ ਰਿਨਿਊ ਦੇਅਰ ਸਟਰਗਲ। 8 ਮਾਰਚ ਬੱਚੇ ਬਹੁਤ ਜ਼ਿਆਦਾ ਇੰਪੋਰਟੈਂਟ ਆ, ਠੀਕ ਹੈ, ਇੰਟਰਨੈਸ਼ਨਲ ਵੂਮੈਨਸ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈਗਾ, ਸਾਰੀਆਂ ਔਰਤਾਂ ਇਕੱਠੇ ਹੋ ਕੇ ਸੈਲੀਬ੍ਰੇਟ ਕਰਦੀਆਂ ਨੇ, ਠੀਕ ਹੈ। ਅਤੇ ਇਸ ਮਤਲਬ ਆਪਣੀ ਸਰਕਾਰ ਨੇ ਇਹਨੂੰ ਦਿੱਤਾ ਗਾ, ਆਪਣੀ ਸਰਕਾਰ ਨੇ ਨਹੀਂ, ਇੰਟਰਨੈਸ਼ਨਲੀ ਲੈਵਲ ਦੇ ਉੱਤੇ, ਹੈ ਨਾ, ਵੂਮੈਨਸ ਡੇ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈਗਾ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਇਹ ਸੀਗਾ ਆਪਣਾ ਚੈਪਟਰ ਬੱਚੇ, ਇਹ ਕੰਪਲੀਟ ਹੋ ਚੁੱਕਿਆ ਹੈਗਾ, ਠੀਕ ਹੈ। ਤੁਸੀਂ ਕੁਐਸਚਨ ਕਰ ਲਿਓ ਸਾਰੇ। ਕੈਨ ਯੂ ਡਿਸਕ੍ਰਾਈਬ, ਹਾਂ, ਇਹ 4 ਕੁਐਸਚਨਸ ਨੇ, 4 ਦੇ 4 ਕੁਐਸਚਨਸ ਆਪਾਂ ਨੋਟਬੁੱਕ 'ਤੇ ਕਰਾਂਗੇ, ਠੀਕ ਹੈ। ਅਤੇ ਇਹਦਾ ਜਿਹੜਾ ਲਿੰਕ ਹੈ ਉਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ, ਠੀਕ ਹੈ ਬੱਚੇ। ਸੋ ਜੇ ਵੀਡੀਓ ਵਗੈਰਾ ਤੁਹਾਡਾ ਕੰਮ ਪੁਰਾਣਾ ਰਹਿੰਦਾ ਹੈਗਾ ਤਾਂ ਇੱਥੇ ਹੀ ਤੁਹਾਡਾ ਅਪਲੋਡ ਹੋ ਜੂਗਾ, ਜੋ ਵੀ ਨਵੇਂ ਆਪਾਂ ਚੈਪਟਰਸ ਕਰਾਂਗੇ ਇੱਥੇ ਹੀ ਕਰਾਂਗੇ, ਠੀਕ ਹੈ। ਸੋ ਸਾਰੇ ਜਣੇ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਠੀਕ ਹੈ। ਜੇਕਰ ਕੋਈ ਚੀਜ਼ ਨਹੀਂ ਸਮਝ ਆਈ ਤਾਂ ਕਮੈਂਟ ਕਰ ਦਿਓ, ਜਾਂ ਮੇਰੇ ਤੋਂ ਕਲਾਸ 'ਚ ਸਮਝ ਲਿਓ, ਠੀਕ ਹੈ। ਥੈਂਕ ਯੂ ਬੱਚੇ।